बाद जमात नमाज के बारे काफ़ी ਅਸੀਂ ਚੀਜ਼ਾਂ ਸੁਣ ਚੁੱਕੇ ਹਾਂ। ਜ਼ਾਹਿਰ ਹੈ ਜਦੋਂ ਜਮਾਤ ਨਾਲ ਨਮਾਜ਼ ਹੋਏਗੀ ਤੇ ਕੁਛ ਚੀਜ਼ਾਂ ਜ਼ਿੰਮੇਦਾਰੀਆਂ ਇਮਾਮ ਦੀਆਂ ਨੇ, ਉਹਨੂੰ ਵਾਕਿਫ ਹੋਣਾ ਚਾਹੀਦਾ ਹੈ ਇਮਾਮ ਨੂੰ ਕਿ ਮੈਂ ਕੀ ਕੁਛ ਕਰਨਾ ਹੈ। ਤੇ ਕੁਛ ਚੀਜ਼ਾਂ ਮੁਕਤਦੀਆਂ ਦੀਆਂ ਨੇ ਜਿਨ੍ਹਾਂ ਨੇ ਜਮਾਤ ਨਾਲ ਨਮਾਜ਼ ਪੜ੍ਹਨੀ ਹੈ, ਤੇ ਇਮਾਮ ਨੂੰ ਆਪਣੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਜਮਾਤ ਕਰਾਣੇ ਵਾਲੇ ਨੂੰ। ਔਰ ਮੁਕਤਦੀ ਜਿਹੜਾ ਬੰਦਾ ਉਹਨੂੰ ਆਪਣੀਆਂ ਜ਼ਿੰਮੇਦਾਰੀਆਂ ਦਾ ਅਹਿਸਾਸ ਹੋਣਾ ਚਾਹੀਦਾ, ਕਿਉਂਕਿ ਜਮਾਤ ਜਿਹੜੀ ਹੈ ਕੋਈ ਇਕੱਲੇ ਬੰਦੇ ਨਾਲ ਤਾਂ ਨਹੀਂ ਨਾ ਬਣਨੀ, ਜ਼ਿਆਦਾ ਲੋਕ ਹੋਣਗੇ, ਉਹਦੇ ਕੁਛ ਆਦਾਬ ਹੁੰਦੇ ਨੇ। ਤੇ ਜਿਹੜੇ ਮੁਕਤਦੀ ਨੇ ਨਾ ਉਹਨਾਂ ਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਨਾ ਉਹਨਾਂ ਨੂੰ ਅੱਛੀ ਤਰ੍ਹਾਂ ਹਮੇਸ਼ਾ ਜ਼ਿਹਨ ਨਸ਼ੀਨ ਰੱਖਣਾ ਚਾਹੀਦਾ। ਮੁਕਤਦੀ 3 ਕਿਸਮ ਦੇ ਹੁੰਦੇ ਨੇ। ਇੱਕ ਨੂੰ ਕਹਿੰਦੇ ਨੇ ਮੁਦਰਕ, ਐਸਾ ਮੁਕਤਦੀ ਜਿਹੜਾ ਸ਼ੁਰੂ ਤੋਂ ਇਮਾਮ ਦੇ ਨਾਲ ਨਮਾਜ਼ ਪੜ੍ਹਦਾ, ਜਦੋਂ ਇਮਾਮ ਨਮਾਜ਼ ਸ਼ੁਰੂ ਕਰਦਾ ਉਹ ਵੀ ਉਹਦੇ ਨਾਲ ਹੀ ਨਮਾਜ਼ ਸ਼ੁਰੂ ਕਰਦਾ। ਐਸੇ ਮੁਕਤਦੀ ਨੂੰ ਕਹਿੰਦੇ ਨੇ ਮੁਦਰਕ, ਯਾਨੀ ਉਹ ਸਾਰੀ ਜਮਾਤ ਜਿਹੜੀ ਆ ਉਹ ਪਾ ਲੈਂਦਾ। ਫਿਰ ਇੱਕ ਨਮਾਜ਼ੀ ਹੁੰਦਾ ਉਹਨੂੰ ਕਹਿੰਦੇ ਨੇ ਲਾਹਕ, ਮੁਕਤਦੀ ਦੀ ਕਿਸਮ ਹੈ ਲਾਹਕ। ਲਾਹਕ ਨਮਾਜ਼ੀ ਉਹ ਜਿਹਨੇ ਸ਼ੁਰੂ ਤੇ ਇਮਾਮ ਦੇ ਨਾਲ ਹੀ ਨਮਾਜ਼ ਕੀਤੀ ਸੀ, ਫਿਰ ਪਹਿਲੀ ਰਕਾਤ 'ਚ ਦੂਸਰੀ 'ਚ ਕਿਸੇ ਰਕਾਤ 'ਚ ਉਹਦਾ ਵਜ਼ੂ ਟੁੱਟ ਗਿਆ ਜਾਂ ਉਹਨੂੰ ਕੋਈ ਮਸਲਾ ਦਰਪੇਸ਼ ਨਸੀਰ ਫੁੱਟ ਗਈ ਜਾਂ ਕੁਛ ਹੋ ਗਿਆ, ਉਹਨੂੰ ਜਮਾਤ ਛੱਡਣੀ ਪੈ ਗਈ। ਉਹ ਗਿਆ ਦੁਬਾਰਾ ਜਾ ਕੇ ਆਪਣੀ ਹਾਜਤ ਪੂਰੀ ਕਰਕੇ ਆਇਆ ਤੇ ਜਮਾਤ ਅਜੇ ਹੁੰਦੀ ਸੀ ਬਈ, ਉਹ ਫਿਰ ਜਮਾਤ 'ਚ ਸ਼ਾਮਲ ਹੋ ਗਿਆ। ਉਸ ਐਸੇ ਨਮਾਜ਼ੀ ਦੀਆਂ ਆਪਣੀਆਂ ਕੁਛ ਤਰੀਕਾਕਾਰ ਆ, ਉਹਨੂੰ ਇਹਦੇ ਬਾਰੇ ਪਤਾ, ਇਹਨੂੰ ਕਹਿੰਦੇ ਨੇ ਲਾਹਕ ਨਮਾਜ਼ੀ। ਸਾਡੀਆਂ ਤੇ ਨਮਾਜ਼ਾਂ ਨਾਲ ਠੱਗਾ ਠੱਗ ਕਿ ਕੋਈ ਬੰਦਾ ਨਮਾਜ਼ ਅਗਰ ਟੁੱਟ ਗਈ ਹੈ ਉਹਦੀ, ਉਹ ਜਾਏਗਾ ਤੇ ਵਜ਼ੂ ਕਰਕੇ ਆਉਣ ਤੱਕ ਅਸੀਂ ਮਕਾ ਛੱਡਣੀ ਹੁੰਦੀ ਹੈ। ਲੇਕਿਨ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਦੇ ਅੰਦਰ ਫਰਮਾਇਆ ਕਿ ਜਮਾਤ ਖੜੀ ਹੋਣੀ, ਕਿਸੇ ਬੰਦੇ ਨੂੰ ਅਗਰ ਬਾਹਰ ਜਾਣ ਦੀ ਹਾਜਤ ਹੈ, ਪਿਸ਼ਾਬ ਪਿਸ਼ੂਬ ਆਇਆ ਦਾ, ਉਹਨੇ ਬਾਹਰ ਜਾਣਾ, ਜਾ ਕੇ ਤੇ ਆਪਣੇ ਹਾਜਤ ਪੂਰੀ ਕਰਨੀ, ਵਾਪਸ ਆਣਾ, ਵਜ਼ੂ ਕਰਨਾ, ਤੇ ਅਜੇ ਪਹਿਲੀ ਰਕਾਤ ਹੀ ਜਾਰੀ ਹੁੰਦੀ ਸੀ। ਉਹ ਐਨੀਆਂ ਕਿ ਨਮਾਜ਼ਾਂ 100 ਆਯਾਤ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਮਾਜ਼ ਦੇ ਪਹਿਲੀ ਰਕਾਤ 'ਚ ਪੜ੍ਹ ਛੱਡਦੇ ਸੀ। ਉਹਨਾਂ ਨੂੰ ਇਹ ਮਸਲਾ ਦਰਪੇਸ਼ ਆਉਂਦਾ ਸੀ, ਨਾਲੇ ਉਹ ਖੁਦਾ ਕੋਲੋਂ ਡਰਨੇ ਵਾਲੇ ਲੋਕ ਸਨ। ਤੇ ਅਸੀਂ ਜਿਹੜੇ ਆ ਨਾ, ਸਾਨੂੰ ਇਹੋ ਜਿਹੇ ਅਗਰ ਵਜ਼ੂ ਟੁੱਟ ਜਾਏ ਤੇ ਕਈ ਹੋ ਸਕਦਾ ਟੁਰਿਆ ਹੀ ਰਹੇ ਨਮਾਜ਼ ਦੇ ਵਿੱਚ, ਤੇ ਕਈ ਵਜ਼ੂ ਟੁੱਟ ਜਾਏ ਤੇ ਜਾਣ ਤੇ ਮੁੜ ਕੇ ਦੁਬਾਰਾ ਜਲਦੀ ਆਉਣ ਦੀ ਕੋਸ਼ਿਸ਼ ਨਹੀਂ ਕਰਨਗੇ। ਆਉਣਗੇ ਵੀ ਤੇ ਅਸੀਂ ਲੋਕਾਂ ਨੇ ਅੱਗੇ ਮਕਾ ਛੜੀ ਬਾਹਰ, ਸਾਡੇ 'ਚ ਲਾਹਕ ਨਮਾਜ਼ੀ ਬਹੁਤ ਘੱਟ ਹੁੰਦਾ। ਤੀਸਰਾ ਨਮਾਜ਼ੀ ਹੈ ਮਸਬੂਕ। ਮਸਬੂਕ ਉਹ ਨਮਾਜ਼ੀ ਹੈ ਜਿਹੜਾ ਸਾਡੇ 'ਚੋਂ ਕਾਫੀ ਨੇ, ਯਾਨੀ ਕਿ ਸ਼ੁਰੂ ਨਮਾਜ਼ 'ਚੋਂ ਨਹੀਂ ਰਲਦੇ ਤੇ ਮਗਰੋਂ ਰਲਣੇ ਵਾਲੇ ਨਮਾਜ਼ੀ ਜਿਹੜੇ ਨੇ, 1 ਰਕਾਤ 2 ਰਕਾਤਾਂ 3 ਰਕਾਤਾਂ ਲੰਘ ਜਾਣ ਜਦੋਂ, ਉਦੋਂ ਜਿਹੜੇ ਨਮਾਜ਼ੀ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਮਸਬੂਕ। ਮਸਬੂਕ ਨਮਾਜ਼ੀ ਇਮਾਮ ਦੇ ਸਲਾਮ ਫੇਰਨ ਤੋਂ ਬਾਅਦ ਖੜਾ ਹੋ ਜਾਂਦਾ ਹੈ ਅੱਲਾਹੁ ਅਕਬਰ ਕਹਿ ਕੇ, ਔਰ ਉਹ ਆਪਣੀ ਨਮਾਜ਼ ਪੂਰੀ ਕਰਦਾ ਹੈ। ਇਹ ਸਾਰੀਆਂ ਚੀਜ਼ਾਂ ਬਾ ਜਮਾਤ ਨਮਾਜ਼ ਦੇ ਨਾਲ ਮੁਤਲਕਾ ਨੇ। ਹਰ ਨਮਾਜ਼ੀ ਨੂੰ ਹੁਣ ਪਤਾ ਲੱਗਣਾ ਚਾਹੀਦਾ ਕਿ ਮੈਂ ਮੁਦਰਕ ਨਮਾਜ਼ੀ ਹਾਂ, ਮੈਂ ਲਾਹਕ ਨਮਾਜ਼ੀ ਹਾਂ, ਜਾਂ ਮੈਂ ਮਸਬੂਕ ਹਾਂ, ਮੈਂ ਬਾਅਦ 'ਚ ਆਪਣੀ ਨਮਾਜ਼ ਪੂਰੀ ਕਰਨੀ ਹੈ। ਦੂਸਰੀ ਬਾਤ ਜਿਹੜੀ ਮੁਕਤਦੀਆਂ ਦੇ ਵਾਸਤੇ ਜ਼ਰੂਰੀ ਹੈ, ਜਿਹੜੇ ਲੋਕ ਜਮਾਤ ਨਾਲ ਨਮਾਜ਼ ਪੜ੍ਹਦੇ ਨੇ, ਕਿ ਉਹ ਸਫ ਨੂੰ ਸਿੱਧਾ ਰੱਖਣ, ਮਿਲ ਕੇ ਖੜੇ ਹੋਣ, ਆਪਣੇ ਕੰਧੇ, ਆਪਣੇ ਪਾਉ, ਆਪਣਾ ਸੀਨਾ, ਇਹਨਾਂ ਚੀਜ਼ਾਂ ਦਾ ਖਿਆਲ ਰੱਖਣ, ਔਰ ਪੂਰੀ ਤਸੱਲੀ ਕਰ ਲੈਣ ਕਿ ਮੈਂ ਨਮਾਜ਼ ਦੇ ਅੰਦਰ ਇਮਾਮ ਦੇ ਪਿੱਛੇ ਸਫ ਦੇ ਅੰਦਰ ਖੜਾ ਹਾਂ, ਮੈਂ ਸੱਜੇ ਪਾਸੇ ਹਾਂ, ਮੈਂ ਖੱਬੇ ਪਾਸੇ ਹਾਂ, ਮੈਂ ਬਿਲਕੁਲ ਇਮਾਮ ਦੇ ਪਿੱਛੇ ਹਾਂ, ਮੇਰੇ ਕੰਧੇ ਜਿਹੜੇ ਨੇ ਦੂਸਰੇ ਸਾਥੀ ਨਾਲ ਮਿਲੇ ਦੇ ਨੇ ਜਾਂ ਨਹੀਂ, ਮੇਰੀ ਸਾਫ ਸਿੱਧੀ ਆ ਜਾਂ ਨਹੀਂ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਵੀ ਨਮਾਜ਼ ਲਈ ਖੜੇ ਹੁੰਦੇ ਸਨ, ਉਹ ਸਹਾਬਾ ਇਕਰਾਮ ਸਨ, ਲੇਕਿਨ ਆਪਨੇ ਖੜਿਆ ਹੁੰਦਿਆਂ ਹੀ ਲੋਕਾਂ ਵੱਲ ਮੂੰਹ ਕਰਨਾ ਔਰ ਚੈੱਕ ਕਰਨਾ ਕਿ ਸਫਾਂ ਸਿੱਧੀਆਂ ਨੇ ਸੱਜੇ ਖੱਬੇ, ਔਰ ਫਿਰ ਕਹਿਣਾ ਸਵੂ ਸੁਫੂਫਕੁਮ ਇਅਤदिलू, ਲੋਗੋ ਆਪਣੀਆਂ ਸਫਾਂ ਨੂੰ ਸਿੱਧੀਆਂ ਕਰੋ, ਮਿਲ ਕੇ ਖੜੇ ਹੋਵੋ, ਔਰ ਆਪਸ ਦੇ ਵਿੱਚ ਇੱਕ ਦੂਸਰੇ ਵਾਸਤੇ ਨਰਮ ਹੋ ਜਾਓ। ਇਹ ਆਪ ਦਾ ਤਰੀਕਾ ਕਾ, ਯਾਨੀ ਕਿ ਕੋਈ ਆਮ ਗੱਲ ਨਹੀਂ ਹੈ। ਖੁਦਾ ਦੇ ਹਜ਼ੂਰ ਖੜਾ ਹੋਣਾ ਕੋਈ ਖੇਡ ਤੇ ਨਹੀਂ ਹੈ ਨਾ, ਰੱਬ ਦੀ ਰਹਿਮਤ ਸਾਹਮਣੇ ਹੈ, ਔਰ ਇਨਸਾਨ ਅੱਲਾ ਦੇ ਹਜ਼ੂਰ ਸਾਫ ਬਣ ਕੇ ਖੜਾ ਹੋਣ ਲੱਗਾ। ਤੇ ਇੱਕ ਸਾਹਬੀ ਨੇ ਨਮਾਨ ਬਿਨ ਬਸ਼ੀਰ ਰਜ਼ੀ ਅੱਲਾਹੁ ਤਾਲਾ ਉਹ ਕਹਿੰਦੇ ਨੇ ਕਿ
ਇੰਨੀ ਕਿ ਸਫ ਸਿੱਧੀ ਕਰਦੇ ਸਨ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ, ਇੰਨਾ ਕਿ ਇਹਦੇ ਤੇ ਧਿਆਨ ਕਰਦੇ ਸਨ ਕਿ ਅਸੀਂ ਆਂਦੇ ਸਾਂ ਕਿ ਸਾਡੀਆਂ ਸਫਾਂ ਦੇ ਨਾਲ ਫਿਰ ਤੀਰ ਸਿੱਧੇ ਕਰਨੇ ਨੇ। ਯਾਨੀ ਕਿ ਤੀਰ ਜਿੰਨੀ ਸਿੱਧੀ ਚੀਜ਼ ਤੇ ਕੋਈ ਨਹੀਂ ਨਾ ਹੁੰਦੀ, ਤੇ ਚਾਹੀਦਾ ਤੇ ਇਹਨੇ ਕਹਿਣਾ ਕਿ ਤੀਰ ਤਰ੍ਹਾਂ ਸਫ ਸਿੱਧੀ ਕਰਨੀ ਹੈ, ਲੇਕਿਨ ਉਹਨਾਂ ਨੇ ਕਿਹਾ ਕਿ ਇੰਜ ਸਹੀ ਜਿਵੇਂ ਸਫ ਨਾਲ ਦੇਖ ਕੇ ਤੀਰ ਸਿੱਧਾ ਕਰਨਾ, ਇੰਨੀ ਕਿ ਸਫ। ਸ਼ੁਰੂ ਦੇ ਵਿੱਚ ਆਪ ਨੇ ਬਕਾਇਦਾ ਹਜ਼ਰਤ ਬਿਲਾਲ ਦੀ ਡਿਊਟੀ ਲਾਈ ਕਿ ਬਿਲਾਲ ਤੂੰ ਫਿਰ ਸਫਾਂ ਦੇ ਵਿੱਚ, ਸਫਾਂ ਪਿੱਛੇ ਤੱਕ ਬੜੀ ਹੁੰਦੀਆਂ ਹਨ ਕਿ ਕਿਸੇ ਦਾ ਗਿੱਟਾ ਗਾਂ ਆ, ਕਿਸੇ ਦਾ ਪਿਛਾਂ ਆ, ਸਿੱਧਾ ਕਰਨਾ, ਪਿੰਡਲੀਆਂ ਨੂੰ ਸੈੱਟ ਕਰਨਾ, ਫਿਰ ਕਹਿਣਾ ਕਿ ਹਾਂਜੀ ਠੀਕ ਹੋ ਗਿਆ, ਤੇ ਫਿਰ ਅੱਲਾ ਦੇ ਨਬੀ सल्लल्लाहु अलैहि वसल्लम ने तकबीर कहनी और नमाज शुरू करनी। आप अलैहिस्सलाम ने एक दिन नमाज शुरू करने लगे तो हदीस च आंदा कि अल्लाह अकबर कहने ही वाले सन कि आपने देखा कि सफ दे अंदर एक शख्स का सीना जड़ा है ना दूजे नालों थोड़ा जिहा बाहर है। तो आपने फिर यही हदीस पाक जी बयान फरमाई कि लोगो मिल के खड़े होवो, कंधे नाल कंधा मिलाओ, पैर नाल पैर मिलाओ, और अगे पिछे ना होवो, और सफ दे विच चीज़ पैदा ना करो जिस तरह के निकलिया था ना सीना बाहर एक बंदे का बराबर नहीं सी। ते आप अलैहिस्सलातु वस्सलाम ने फरमाया अगर तुसीं इस तरह करोगे तो अल्लाह ताला तुहाडे दिलों दे विच मुखालफत पा देगा। मैं कदी कदी सोचा जिहड़े असीं नमाजी एक दूसरे दे नाल मूँह वट्टे रहने आ, साडा असीं ते एक किस्म दे अल्लाह माफी दे मझट्टे दे आ, जिथे खलोते दे उत्थे ही खलोते दे, ना सज्जे देखने आ ना पिछे खब्बे देखने आ। अपना नाल दा नमाजी अगे आ तो उन्होंने पिछा नहीं करते, पिछा ते अगे नहीं करते, तो जे कोई भला मानस करे तो उन्हें अगू घूरना, तो मनु डिया हाथ बांह फड़ के सैट करना। फरमाया अपने भाई के लिए नरम हो जाओ, यानी कि जदों तुहाडा भरा तुहानू सीधा करे या नाल लाए, ये नहीं कि आकड़ उत्थे खलो रहो आकड़ के कि तू कौन होना है। अपने भाई के लिए नरम हो जाओ, अगर तुम ऐसा ना करोगे तो अल्लाह ताला तुम्हारे दिलों में मुखालफत डाल देगा। फिर ਇਹ ਮੁਖਾਲਫਤਾਂ ਜਿਹੜੀਆਂ ਨੇ ਦੂਰ ਕਰਨ ਵਾਸਤੇ ਤੇ ਨਮਾਜ਼ ਇਕੱਠਿਆਂ ਪੜ੍ਹਨੀ ਸੀ, ਤੇ ਨਮਾਜ਼ ਵੀ ਇਕੱਠਿਆਂ ਪੜ੍ਹੀ ਤੇ ਇੱਕ ਦੂਸਰੇ ਨੂੰ ਕਾਫਰ ਵੀ ਆਖਦੇ ਰਹਿੰਦੇ ਆ, ਅਸੀਂ ਹੀਰ ਕਰਨੇ ਪਏ ਆ, ਅਸੀਂ ਇੱਕ ਦੂਸਰੇ ਨਾਲ ਨਫ਼ਰਤ ਦੀ ਇੰਤਹਾ ਆ ਕਿ ਕੋਈ ਕਿਸੇ ਬੰਦੇ ਨਾਲ ਜੁੜ ਕੇ ਖਲੋਣਾ ਪਸੰਦ ਨਹੀਂ ਕਰਦਾ। ਹੁਣ ਤੇ ਬੜਾ ਫਰਕ ਪੈ ਗਿਆ, ਇਲਮ ਦੇ ਨਾਲ, ਤਾਲੀਮ ਦੇ ਨਾਲ, ਤਦਰੀਸ ਦੇ ਨਾਲ ਬੜਾ ਫਰਕ ਪੈਂਦਾ ਹੈ। ਇਹੀ ਇੱਕ ਤਰੀਕਾ ਜਿਹੜਾ ਪੈਗੰਬਰਾਂ ਦਾ ਤਰੀਕਾ ਹੈ। ਹੁਣ ਬੜਾ ਫਰਕ ਹੈ ਮਾਸ਼ਾਅੱਲਾ, ਲੇਕਿਨ ਅਜੇ ਵੀ सही जड़ा है ना रूह नहीं बेदार हुई। आप अलैहिस्सलातु वस्सलाम ने फरमाया कि अगर तुसी मिल के नहीं खड़े होगे, तुहाडे दरम्यान वक्फा रह गया, रखना जिन्हों कहते हैं, तो फरमाया कि शैतान भेड़ के बच्चे की तरह उस सफ में से गुजर जाता है। यानी अगर मैं लापरवाही की थी, हर बंदा अपने आप को समझे कि मेरे को अगर लापरवाही हुई, मैं अपने भरा नूं नाल ना मिलाया, सफ नूं सीसा पिलाई दी दीवार ना बनाई, तो शैतान जड़ा है वो जरूरी नहीं कि मोटा ताजा हो के लंघे, वो बकरी का छोटा बच्चा बन के लंघ जाएगा, भेड़ का बच्चा बन के लंघ जाएगा विच दी। और जिस नमाज दे विच दी शैतान फिरदा पिया, उस नमाज दे विच अल्लाह दी याद कितनी कि फिर आ सकती है। लिहाजा मुक्तदी है ना जड़ा, ਉਹਨੂੰ ਪੂਰਾ ਅਹਿਸਾਸ ਹੋਣਾ ਚਾਹੀਦਾ ਕਿ ਮੈਂ ਇੱਕ ਜ਼ਿੰਮੇਦਾਰ ਆਦਮੀ ਹਾਂ, ਮੈਂ ਜਮਾਤ ਕਾਇਮ ਕਰਨੀ ਹੈ, ਮੈਂ ਖੁਦਾ ਦੇ ਹਜ਼ੂਰ ਇੱਕ ਜਮਾਤ ਹੋਣ ਲੱਗੀ ਹੈ, ਔਰ ਮੇਰੀਆਂ ਕੁਝ ਜ਼ਿੰਮੇਦਾਰੀਆਂ ਨੇ, ਕਿਤੇ ਮੇਰੀ ਵਜ੍ਹਾ ਦੇ ਨਾਲ ਸਫ ਟੇੜੀ ਹੋ ਜਾਏ, ਅੱਗੇ ਪਿੱਛੇ ਹੋ ਜਾਏ, ਇਤਦਾਲ ਨਾ ਰਵੇ, ਮਿਲ ਕੇ ਲੋਕ ਖੜੇ ਦੇ ਨਾ ਹੋਣ, ਰਖਨਾ ਪੈਦਾ ਹੋ ਜਾਏ, ਤੇ ਇਹਦੇ ਨਤਾਇਜ ਸਿਰਫ ਇੰਨੇ ਕੀ ਨਹੀਂ ਨਿਕਲਣੇ ਕਿ ਸਫ ਖਰਾਬ ਹੋ ਗਈ ਹੈ, ਨਮਾਜ਼ ਖਰਾਬ ਹੋ ਗਈ ਹੈ, ਬਲਕਿ ਇਹਦੇ ਨਾਲ ਲੋਕਾਂ ਦੇ ਅਖਲਾਕ ਤੇ ਵੀ ਅਸਰ ਪਏਗਾ, ਲੋਕਾਂ ਦੇ ਵਿੱਚ ਮੁਖਾਲਫਤਾਂ ਪੈ ਸਕਦੀਆਂ ਨੇ, ਔਰ ਸ਼ੈਤਾਨ ਜਿਹਨਾਂ ਸਫਾਂ ਦੇ ਵਿੱਚੋਂ ਲੰਘਦਾ ਹੋਇਆ ਪਿਆ ਤੇ ਕਿਆ ਉਹ ਲੋਕ ਫਿਰ ਬੜੇ ਠੀਕ ਰਹਿ ਜਾਣਗੇ, ਜਿਨ੍ਹਾਂ ਦੇ ਵਿੱਚ ਸ਼ੈਤਾਨ ਪਾਉਂਦਾ ਪਿਆ ਉਹ ਠੀਕ ਨਹੀਂ ਰਹਿ ਸਕਦੇ। ਲਿਹਾਜ਼ਾ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ। ਫਿਰ ਸੱਜੇ ਖੱਬੇ ਧਿਆਨ ਰੱਖਣਾ, ਸੱਜੇ ਪਾਸੇ ਬਹੁਤੇ ਨੇ ਲੋਕ, ਖੱਬੇ ਪਾਸੇ ਬਹੁਤੇ ਨੇ, ਸਫ ਨੂੰ ਬਰਾਬਰ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਤੱਕ ਅਗਲੀ ਸਫ 'ਚ ਜਗ੍ਹਾ ਹੈ, ਪਿਛਲੀ ਸਫ 'ਚ ਕਤਲ ਨਹੀਂ ਜਾਣਾ, ਔਰ ਜਦੋਂ ਪਿਛਲੀ ਸਫ 'ਚ ਤੁਸੀਂ चले जाओगे ਉਹਦਾ भी तरीका है। कोशिश करो कि कम अज कम 2 आदमी जरूर पिछली सफ च होण। कल्ले बंदे दी कल पिछे नमाज पढ़ने ਨੂੰ मकरूह किया गया। ਹੁਣ ਜ਼ਮਾਨਾ बदल गया, ਜਦੋਂ भी कोई शख्स पिछली सफ च खलो के कल्ले ही नमाज शुरू कर लैंदा, नमाज खत्म होने तक कोई ना कोई ਉਹਨੂੰ ਉਡਾਲੀ ਜਾਂਦਾ। लेकिन अगर कदी ऐसा होए कि कोई पिछू बंदा हथ लाए बंदे ਨੂੰ कि यार मैं कल्ला आ, पिछे आके मेरे नाल नमाज ਦੇ ਅੰਦਰ ਮੈਨੂੰ ਡਬਲ ਕਰ ਦੇ, ਤੇ ਇਹ ਨਾ ਹੋਏਗਾ ਆਪਣੀ ਵੀ ਨਮਾਜ਼ ਤੋੜ ਬੋ ਤੇ ਉਹਦੀ ਵੀ ਨਮਾਜ਼ ਤੋੜ ਬੋ। ਇੰਨਾ ਕਿ ਸ਼ਊਰ ਸਾਡੇ ਵਿੱਚ ਹੋਣਾ ਚਾਹੀਦਾ, ਇਨਸਾਨ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਮੇਰੇ ਪਿੱਛੇ ਕੋਈ ਆ ਗਿਆ ਔਰ ਉਹ ਕੱਲਾ ਹੈ ਤੇ ਮੈਨੂੰ, ਔਰ ਉਹਨੂੰ ਇਹਦਾ ਤਰੀਕਾ ਵੀ ਮਾਲੂਮ ਹੋਣਾ ਚਾਹੀਦਾ। ਇਸ ਤਰ੍ਹਾਂ
ਨਮਾਜ਼ੀ ਜਿਹੜਾ ਕੋਈ ਬੇਵਕੂਫ ਥੋੜੀ ਹੁੰਦਾ, ਅਕਲਮੰਦ ਤਰੀਨ ਇਨਸਾਨ ਨਮਾਜ਼ੀ ਹੁੰਦਾ। ਰੱਬ ਦੀ ਇਬਾਦਤ ਕਰਨ ਵਾਲਾ ਬੰਦਾ ਵੀ ਕਦੀ ਬੇਵਕੂਫ ਹੋ ਸਕਦਾ ਕਿ ਉਹਨੂੰ ਕੁਝ ਪਤਾ ਹੀ ਨਾ ਚੱਲੇ। ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਆਖਰੀ ਬਾਤ ਅੱਜ ਦੀ ਜਿਹੜੀ ਜਮਾਤ ਦੇ ਹਵਾਲੇ ਨਾਲ ਜ਼ਰੂਰੀ ਹੈ ਉਹ ਇਹ ਹੈ ਕਿ ਇਨਸਾਨ ਨੂੰ ਇਮਾਮ ਦੀ ਇਤਿਬਾ ਕਰਨੀ ਚਾਹੀਦੀ, ਯਾਨੀ ਇਮਾਮ ਦੇ ਪਿੱਛੇ ਚੱਲਣਾ ਚਾਹੀਦਾ। ਹੁਣ ਦੇਖੋ ਦੋ ਹੀ ਸੂਰਤਾਂ ਨੇ, ਜਾਂ ਤੇ ਕੋਈ ਸ਼ਖਸ ਇਮਾਮ ਦੇ ਨਾਲ ਹੀ ਅੱਲਾਹੁ ਅਕਬਰ, ਨਾਲ ਹੀ ਰਕੂ, ਨਾਲ ਹੀ ਉਹ ਮਤਲਬ ਚੱਲੇਗਾ, ਇਮਾਮ ਔਰ ਮੁਕਤਦੀ ਦੇ ਦਰਮਿਆਨ ਫਾਸਲਾ ਨਹੀਂ ਹੋਏਗਾ। ਹੁਣ ਤੇ ਜਿਹਦੇ ਨਾਲ ਇਹ ਇਮਾਮ ਹੈ ਤੇ ਇਹ ਪਿੱਛੇ ਮੁਕਤਦੀ ਇੰਨਾ ਕੁ ਪਿੱਛੇ ਰਵੇ ਕਮ ਸੇ ਕਮ, ਲੇਕਿਨ ਉਹ ਨਾਲ ਹੀ ਰਹਿੰਦਾ, ਇਹਦੀ ਵੀ ਇਜਾਜ਼ਤ ਮੌਜੂਦ ਹੈ, ਲੇਕਿਨ ਇਹਦੇ ਅੰਦਰ ਖਤਰਾਤ ਮੌਜੂਦ ਹੈ। ਪਹਿਲੀ ਸ਼ਕਲ ਤੇ ਹੈ ਕਿ ਮੁਕਤਦੀ ਇਮਾਮ ਦੇ ਨਾਲ ਹੀ ਸਭ ਕੁਝ ਕਰੇਗਾ, ਜਾਇਜ਼ ਹੈ। ਔਰ ਦੂਸਰਾ ਜਿਹੜਾ ਸੂਰਤ ਹੈ ਕਿ ਉਹ ਇਮਾਮ ਤੋਂ ਹਰ ਗੱਲ ਪਿੱਛੇ ਪਿੱਛੇ ਰਹੇਗਾ, ਠੀਕ ਹੈ। ਇਮਾਮ ਅੱਲਾਹੁ ਅਕਬਰ ਕਹੇਗਾ ਤੇ ਫਿਰ ਉਹ ਅੱਲਾਹੁ ਅਕਬਰ ਕਹੇਗਾ। ਇਮਾਮ ਰਕੂਏ ਚਲਾ ਜਾਏਗਾ ਤੇ ਫਿਰ ਉਹ ਰਕੂਏ ਚਲਾ ਜਾਏਗਾ। ਇਮਾਮ ਸਮੀ अल्लाहु लिमन हमीदा कह के खड़ा हो जाएगा, फिर मुक़तदी खड़ा होएगा, रब्बना लकल हम्द कहेगा। फिर इमाम अल्लाहु अकबर कह के सजदे चला जाएगा तो फिर मुक़तदी भी सजदे जाएगा। यह सब तो बेहतरीन शक्ल है, क्योंकि नबी पाक सल्लल्लाहु अलैहि वसल्लम बार बार किया, इमाम बनाया ही इसीलिए जाता है, उसके पीछे पीछे चलो, उसके पीछे पीछे चलो। जब वो अल्लाह अकबर कहे फिर तुम अल्लाह अकबर कहो, जब वो रुकू में जाए फिर तुम रुकू में जाओ, जब वो समय अल्लाह तरतीब ना नबी पाक सल्लल्लाहु अलैहि वसल्लम बार बार लोगों को कहते थे। और एक सहाबी ने बरा बिन आज़म रज़ी अल्लाह तआला अन्हु फरमाते हैं कि नबी करीम सल्लल्लाहु अलैहि वसल्लम असीं जदों समय अल्लाहु लिमन हमीदा उन्होंने कहना ते असीं कहना रब्बना लकल हम्द, खड़े हो जाना। फिर नबी करीम सल्लल्लाहु अलैहि वसल्लम सजदे दे विच अपनी पेशानी रख दिंदे सन ते फिर असीं थल्ले आंदे सन, ठीक है जी। इन्ना फर्क रखिया दा सी इमाम दे पिछे सहाबा किराम ने। सानू भी इस चीज़ का ध्यान रखना चाहिए, काफ़ी बेहतरी है, लेकिन यह जिहड़ा काम है ना इमाम दे पिछे रहने वाला, ਇਹਦੇ ਵਿੱਚ ਅਜੇ ਸਾਡੀ ਇਸ ਜਾਮਿਆ ਮਸਜਿਦ ਦੇ ਵਿੱਚ ਸਹੀ ਅਮਲ ਨਹੀਂ ਹੁੰਦਾ ਪਿਆ। ਕੱਲ ਮੇਰੇ ਮਹਿਮਾਨ ਆਏ ਦੇ ਸਨ, ਕਿ ਉਹਨਾਂ ਨੇ ਵੀ ਤਵੱਜੋ ਦਿਲਾਈ ਕਿ ਬਾਕੀ ਤੁਹਾਡੀ ਮਸਜਿਦ ਮਾਸ਼ਾਅੱਲਾ ਬਹੁਤ ਬਿਹਤਰੀਨ ਹੈ, ਸਭ ਕੁਝ ਠੀਕ ਹੈ, ਲੇਕਿਨ ਇਸ ਕੰਮ ਦੇ ਅੰਦਰ ਖਾਮੀ ਮੌਜੂਦ ਹੈ ਕਿ ਬਾਜ਼ ਲੋग ਇਮਾਮ ਤੋਂ ਪਹਿਲੇ ਸਜਦੇ ਵੀ ਚਲੇ ਜਾਂਦੇ ਨੇ ਤੁਹਾਡੇ। ਔਰ ਕਈ ਦਫਾ ਐਸਾ ਹੁੰਦਾ ਕਿ ਇਮਾਮ ਜਿਹੜਾ ਉਹ ਖੜਾ ਹੋਣਾ ਤੇ ਤੁਸੀਂ ਅਜੇ ਖੜੇ ਹੋਣ ਦੇ ਹੁੰਦੇ ਹੋ ਤੇ ਕੋਈ ਲੋਕ ਖੜੇ ਹੋ ਵੀ ਚੁੱਕੇ ਦੇ ਹੁੰਦੇ ਨੇ। ਚੱਲ ਇਹ ਨੁਕਸ ਸਾਡੀ ਜਮਾਤ ਦੇ ਅੰਦਰ ਨਿਕਲ ਆਇਆ। मेरी तुहाडे अगे गुजारिश है कि थोड़ी जी एहतियात करो इस मामले के अंदर। वो हदीस में तुहाडी खिदमत अगे अर्ज की थी कि नबी करीम सल्लल्लाहु अलैहि वसल्लम ने फरमाया कि जो आदमी इस चीज़ का ध्यान नहीं रखता, इमाम से पहले ही सर उठा ले, उसे डर नहीं लगता कि अल्लाह ताला उसका सर गधे का बना दे, ठीक है। कितनी वईद है इस बारे यही नुकस भी साढ़े च निकल आया। तो इमाम के पिछे पिछे रहने की कोशिश करो, थोड़ा जा पिछे रहो, थोड़ा ज़्यादा भी पिछे हो जाओगे तो ठीक है, लेकिन रहना इमाम के पिछे चाहिए। उस तो अगे बढ़ने की कोशिश अगर करोगे तो यह मुक्तदी एक समझो कि बेइल्म मुक्तदी है, जाहिल मुक्तदी, और मुक्तदी कभी जाहिल नहीं हो सकता। आखिरी बात है कि इमाम सलाम फेरन तो बाद जदों तक रुख ना फेरे अपना, दाएं फेरेगा, बाएं फेरेगा या पीछे नूं करेगा, उदों तक सफ नूं छेड़ना नहीं चाहिए। सफ नूं कुछ लोगों की आदत है ना, एकदम पिछा नहीं जाते हैं, एकदम गाह नहीं जाते हैं। ये आदत खत्म करनी चाहिए। ना जाने अवल तो हुक्म ही मान लेना चाहिए ना, बस नबी पाक का हुक्म है, सानू ओदे अंदर इल्लत लभण की जरूरत ही नहीं है। अकल इस्तेमाल ना करो फिर कि वजह होंदियां ने, बाज़ वजह मालूम होंदी है इंसान नूं, बाज़ औकात वजह मालूम नहीं होंदी। ते नबी पाक सल्लल्लाहु अलैहि वसल्लम मना किया कि जदों तक इमाम सलाम फेरन तो बाद पिछा नूं नहीं मुड़दा सज्जे खब्बे, उदों तक बैठे रहो अपनी जगह के उत्ते, और कोशिश करो कि सज्जे खब्बे भी गलबात ना करो। की पता है इमाम नूं की चीज़ पेश आ जाए। एक तो ये अंदर इल्लत पाई जाती है। दूसरी चीज़ां ना वो साडे इलम च नहीं भी हो सकदियां, अल्लाह के नबी सल्लल्लाहु अलैहि वसल्लम के इलम च हुंदियां ने। अल्लाह के नबी सल्लल्लाहु अलैहि वसल्लम ने ये जरूर है कि हर चीज़ नूं अकल ते परखो, लेकिन कदी कदी ऐसा भी होंदा है कि एक चीज़ अकल के अंदर नहीं आती तो नबी पाक सल्लल्लाहु अलैहि वसल्लम ने उहदे अंदर कोई हिकमत रखी होंदी है। एक वाकया अर्ज करना कि आप एक सहाबी हज़रत अबू राफे ने एक बार हांडी पकाई
ਤੇ ਛੋਟੇ ਛੋਟੇ ਬੱਚੇ ਬੱਕਰੀਆਂ ਦੇ ਹੁੰਦੇ ਸਨ ਉਦੋਂ 8-7 ਕਿਲੋ ਦੇ 5 ਕਿਲੋ ਦੇ, ਉਹ ਪਕਾ ਅੱਜ ਕੱਲ ਵੀ ਮਿਲਦੇ ਨੇ ਇਹੋ ਜਿਹੇ, ਉਹ ਪਕਾ ਲਿਆ। ਤੇ ਆਪ ਅਲੈਹਿਸਸਲਾਤੁ ਵਸਸਲਾਮ ਨੂੰ ਪਸੰਦ ਸੀ ਗੋਸ਼ਤ ਦਾ, ਜਿਹੜਾ ਬੱਕਰੀ ਦਾ ਜਿਹੜਾ ਅਗਲਾ ਅਗਲਾ ਹੁੰਦਾ ਨਾ ਬਾਜ਼ੂ, ਉਹਨੂੰ ਦਸਤੀ ਆਖਦੇ ਨੇ। ਆਪ ਨੂੰ ਬਹੁਤ ਪਸੰਦ ਸੀ ਤੇ ਉਹ ਮੋਟਾ ਮੋਟਾ ਹੀ ਪਕਾਇਆ ਦਾ ਸੀ। ਤੇ ਆਪਨੇ ਉਹਨਾਂ ਨੇ ਪੁੱਛਿਆ ਕਿ ਜਨਾਬ ਕਿਹੜੀ ਬੋਟੀ ਦਿਆਂ? ਆਪਨੇ ਫਰਮਾਇਆ ਦਸਤੀ ਮੈਨੂੰ ਦੇ ਦੇ। ਦਸਤੀ ਕੱਢ ਦਿੱਤੀ ਆਪਨੇ, ਉਹ ਤਨਾਵਲ ਫਰਮਾਈ। ਉਸ ਤੋਂ ਬਾਅਦ ਫਰਮਾਇਆ ਹੋਰ ਦੇ, ਤੇ ਕਿਹੜਾ ਜੀ? ਇਹ ਦਸਤੀ ਕੇ ਦੇ ਦਿਓ। ਫਿਰ ਦਸਤੀ ਦੇ ਦਿੱਤੀ। ਤੀਸਰੀ ਮਰਤਬਾ ਆਪਨੇ ਫਿਰ ਇਹ ਮਾਰਜ਼ ਕਰਨਾ ਕਿ ਬਾਜ਼ ਔਕਾਤ ਅਕਲ ਚ ਗੱਲ ਸਾਡੇ ਨਹੀਂ ਆਉਂਦੀ, ਲੇਕਿਨ ਸਾਨੂੰ ਮੰਨ ਲੈਣੀ ਚਾਹੀਦੀ ਹੈ। ਤੀਸਰੀ ਮਰਤਬਾ ਆਪਨੇ ਫਿਰ ਫਰਮਾਇਆ ਦੇ, ਤੇ ਉਹਨਾਂ ਫਰਮਾਇਆ ਜੀ ਹੁਣ ਕਿਹੜੀ? ਫਰਮਾਇਆ ਦਸਤੀ ਕੇ ਦੇ ਦੇ। ਅਬੂ ਰਾਫੇ ਰਜ਼ੀ ਅੱਲਾਹੁ ਤਾਲਾ ਅਨਹੁ ਨੇ ਕਿਹਾ ਯਾ ਰਸੂਲ ਅੱਲਾਹ, ਬੱਕਰੀ ਦੀਆਂ 2 ਹੀ ਦਸਤੀਆਂ ਹੁੰਦੀਆਂ ਨੇ, ਤੇ 2 ਮੈਂ ਤੁਹਾਡੀ ਖਿਦਮਤ ਚ ਪੇਸ਼ ਕਰ ਚੁੱਕਾ था। ਉਸ ਮੌਕੇ ਤੇ ਆਪਨੇ ਫਰਮਾਇਆ ਅਬੂ ਰਾਫੇ, ਅਗਰ ਤੂੰ ਹੁਣ ਵੀ ਦਸਤੀ ਲਈ ਅੰਦਰ ਹਾਂਡੀ ਦੇ ਹੱਥ ਪਾਉਂਦਾ, ਦਸਤੀ ਨਿਕਲ ਆਣੀ ਸੀ ਹੋਰ, ਔਰ ਕਿਆਮਤ ਤੱਕ ਤੂੰ ਅਗਰ ਦਸਤੀਆਂ ਮੇਰੇ ਕਹਿਣ ਤੇ ਕੱਢਦਾ ਰਹਿੰਦਾ, ਨਿਕਲ ਨਹੀਂ ਰਹਿੰਦਾ। ਬਾਜ਼ ਔਕਾਤ ਸਾਡੀ ਅਕਲ 'ਚ ਨਹੀਂ ਅਗਰ ਗੱਲ ਆਉਂਦੀ ਤੇ ਇਹ ਦੇਖਿਆ ਕਰੋ ਕਿ ਫਰਮਾਣੇ ਵਾਲੀ ਜ਼ਾਤ ਕਿਹੜੀ ਹੈ। ਅੱਲਾਹ ਤਾਲਾ ਅਮਲ ਦੀ ਤੌਫੀਕ ਅਤਾ ਫਰਮਾਏ। ਅਲਹਮਦੁਲਿल्लाह। ਕਿਸ ਤਰ੍ਹਾਂ ਇਮਾਮ ਜੇ ਬੈਠੇ ਰਹਿੰਦਾ, ਦੁਆ ਵੀ ਕਰਕੇ ਜੀ ਸਭ ਨੂੰ ਮੂੰਹ ਦਾ ਸਿੱਧਾ ਹੀ ਰਹਿੰਦਾ, ਉਹ ਮਕਰੂਹ ਹੈ। ਇਮਾਮ ਦਾ ਮੂੰਹ ਉਧਰ ਹੀ ਰੱਖ ਛੱਡਣਾ ਮਕਰੂਹ ਹੈ। ਇਹਦਾ ਮਤਲਬ ਹੈ ਕਿ ਇਮਾਮ ਜਿਹੜਾ ਹੈ ਉਹ ਕੋਈ ਸਮਝਦਾਰ ਨਹੀਂ। ਅਗਰ ਸਮਝਦਾਰ ਹੋਏ ਤਾਂ ਐਸਾ ਨਾ ਕਰੇ। ਕਦੀ ਕੋਈ ਵਕਤੀ ਤੌਰ ਤੇ ਇਮਾਮ ਫੜ ਕੇ ਗਾਂਹ ਕੀਤਾ, ਆਪਣਾ ਨਹੀਂ ਸੀ ਆਦਾ, ਉਹ ਇਸ ਤਰ੍ਹਾਂ ਕਰ ਕੇ ਕਿਹੜਾ ਕੋਈ ਹਰ ਬੰਦਾ ਜਾਣਦਾ ਇਹਨਾਂ ਚੀਜ਼ਾਂ ਨੂੰ, ਉਹ ਉਸ ਹੱਦ ਤੱਕ ਤੇ ਠੀਕ ਹੈ। ਵੈਸੇ ਇਮਾਮ ਨੂੰ ਮੂੰਹ ਫੇਰ ਲੈਣਾ ਚਾਹੀਦਾ। ਆਹੋ ਥੋੜੀ ਬਹੁਤ ਤੇ ਗੁੰਜਾਇਸ਼ ਹੈ ਕਿ ਅੱਲਾਹੁ ਅਕਬਰ ਅਸਤਗਫਿरुल्लाह अस्तगफिरुल्लाह अस्तगफिर, ਐਨੀ ਗੁੰਜਾਇਸ਼ ਤੇ ਹੈ ਕਿ ਇਮਾਮ ਬੈਠਾ ਦਾ, ਐਨੀ ਤੇਜ਼ ਵੀ ਕਰਨੀ ਜ਼ਰੂਰਤ ਹੈ। ਲੇਕਿਨ ਜਦੋਂ ਤੱਕ ਯਕੀਨ ਨਾ ਹੋ ਜਾਏ, ਇਮਾਮ ਮੂੰਹ ਨਾ ਫੇਰ। ਜੋ ਕੁਝ ਮੈਂ ਕਿਹਾ ਨਾ, ਹੁਣ ਅਸੀਂ ਆਪਣੀਆਂ ਸਮਝਾਂ ਇਸਤੇਮਾਲ ਕਰਾਂਗੇ ਤੇ ਉਹਦੇ ਅੰਦਰ ਤੇ ਗੱਲ ਤੋਂ ਗੱਲ ਨਿਕਲਦੀ